ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ। ਤੁਸੀਂ ਸੁਣੋ ਜੀ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਇਟਲੀ ਨੇ ਤਾਂ ਜੀ ਅੱਜ ਰਿਕਾਰਡ ਹੀ ਕਾਇਮ ਕਰ ਦਿੱਤਾ। ਮੈਂ ਕਹਿੰਦਾ ਜੀ ਅੱਜ ਇਟਲੀ ਦਾ ਬਹੁਤ ਹੀ ਵਧੀਆ ਦਿਨ ਹੈ। ਕੇਸ ਹਿਸਾਬ ਦੇ ਨਾਲ ਚੱਲਦੇ ਆ ਜੀ 2,05,463 ਟੋਟਲ ਕੇਸ ਇਟਲੀ ਦੇ ਵਿੱਚ ਜਿਸ ਟਾਈਮ ਤੋਂ ਬਿਮਾਰੀ ਸ਼ੁਰੂ ਹੋਈ ਆ। ਅੱਜ 1872 ਕੇਸ ਸਾਹਮਣੇ ਆਏ ਨੇ। 27,463 ਬੰਦਿਆਂ ਦੀਆਂ ਮੌਤਾਂ ਹੋ ਚੁੱਕੀਆਂ ਨੇ। 285 ਮੌਤਾਂ ਅੱਜ ਹੋਈਆਂ ਨੇ। ਪਰ ਸਭ ਤੋਂ ਵਧੀਆ ਗੱਲ ਹੈ ਜੀ 75,945 ਟੋਟਲ ਇਟਲੀ ਦੇ ਵਿੱਚ ਬੰਦੇ ਠੀਕ ਹੋ ਗਏ ਨੇ। ਅੱਜ 4,693 4693 ਬੰਦਾ ਇਟਲੀ ਦੇ ਵਿੱਚ ਠੀਕ ਹੋਇਆ ਜੀ। ਕਦੇ ਇਹ ਗਿਣਤੀ ਹੁੰਦੀ ਸੀ 4,000 5,000 ਬੰਦਿਆਂ ਦੀ ਜੋ ਹਰ ਰੋਜ਼ ਵੱਧਦੇ ਸੀ, ਹੁਣ ਇਹ 4,000 ਬੰਦਾ ਠੀਕ ਹੋ ਰਿਹਾ। ਕਹਿਣ ਦਾ ਮਤਲਬ ਕੀ ਹੈ ਜੀ, ਇਟਲੀ ਦੇ ਦਿਨ ਬਦਲ ਰਹੇ ਨੇ। ਬਹੁਤ ਹੀ ਛੇਤੀ ਇਟਲੀ ਦੇ ਵਿੱਚ ਹੁਣ ਨੋਰਮਲ ਜ਼ਿੰਦਗੀ ਤੁਸੀਂ ਜੀ ਸਕਦੇ ਆ। ਇਸ ਟਾਈਮ ਇਟਲੀ ਦੇ ਵਿੱਚ 1,01,551 ਬੰਦਾ ਮਰੀਜ਼ ਹੈ ਜੀ ਇਸ ਮਹਾਮਾਰੀ ਦੇ ਨਾਲ। 81,708 ਮਰੀਜ਼ ਘਰਾਂ ਦੇ ਵਿੱਚ ਨਜ਼ਰਬੰਦ ਨੇ। 1,694 ਮਰੀਜ਼ ਸੀਰੀਅਸ ਕੰਡੀਸ਼ਨਾਂ ਦੇ ਵਿੱਚ ਹੌਸਪੀਟਲਾਂ ਦੇ ਵਿੱਚ ਨੇ। 18,149 ਕਿਸੇ ਨਾ ਕਿਸੇ ਸਿੰਪਟਮ ਦੇ ਨਾਲ ਹੌਸਪੀਟਲਾਂ ਦੇ ਵਿੱਚ ਬੰਦ ਨੇ। ਤੇ ਇੱਕ ਵਾਰ ਫਿਰ ਦੇਖ ਲੈਂਦੇ ਹਾਂ ਜੀ, ਨਜ਼ਰ ਮਾਰ ਲੈਂਦੇ ਜੀ 2,05,463 ਟੋਟਲ ਕੇਸ। 27,967 ਬੰਦਿਆਂ ਦੀ ਅੱਜ ਤੱਕ ਮੌਤ ਹੋ ਚੁੱਕੀ ਹੈ। 75,945 ਬੰਦੇ ਅੱਜ ਤੱਕ ਠੀਕ ਹੋ ਗਏ ਨੇ। ਅੱਜ 285 ਦੀ ਮੌਤ ਹੋਈ ਹੈ। 1,872 ਮਰੀਜ਼ ਵਧੇ ਨੇ ਤੇ 4,693 ਮਰੀਜ਼ ਠੀਕ ਹੋਇਆ ਜੀ। ਬਹੁਤ ਹੀ ਵਧੀਆ ਗੁੱਡ ਨਿਊਜ਼ ਅਸੀਂ ਇਹਨੂੰ ਕਹਿ ਸਕਦੇ ਹਾਂ। ਉਹ ਆਸ ਇਹੀ ਰਹੂਗੀ, ਉਮੀਦ ਇਹੀ ਰਹੂਗੀ ਕਿ ਹਰ ਰੋਜ਼ ਇਸ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਵਿੱਚ ਹੀ ਬੰਦਾ ਠੀਕ ਹੋਵੇ। ਅੱਜ ਦੀਆਂ ਮੁੱਖ ਖਬਰਾਂ ਉੱਤੇ ਇੱਕ ਨਜ਼ਰ ਮਾਰਦੇ ਹਾਂ ਜੀ। ਸਭ ਤੋਂ ਪਹਿਲੀ ਖਬਰ ਫੈਰਾਰਾ ਤੋਂ, ਜਿੱਥੇ ਇੱਕ ਕਮੂਨੇ ਨੇ ਕੀਤਾ ਪੱਖਪਾਤ ਦਾ ਮਾਮਲਾ ਸਾਹਮਣੇ ਆਇਆ ਜੀ ਇੱਕ ਪਿੰਡ ਵੱਲੋਂ। ਜਿੱਥੇ ਪਿੰਡ ਦੇ ਸਰਪੰਚ ਨੇ, ਪਿੰਡ ਦੀਆਂ ਜਿਹੜੀਆਂ ਕਮੇਟੀਆਂ ਨੇ, ਉਹਨਾਂ ਨੇ ਜਿਹੜੀਆਂ ਬੋਨੀ ਸਪੇਜ਼ਾ ਇਟਲੀ ਵਾਲੇ ਖਾਣ ਪੀਣ ਦੇ ਲਈ, ਰਾਸ਼ਨ ਦੇ ਲਈ ਜਿਹੜੀਆਂ ਪਰਚੀਆਂ ਦੇ ਰਹੇ ਨੇ, ਬੋਨੀ ਸਪੇਜ਼ਾ ਜਿਹੜੇ ਦੇ ਰਹੇ ਨੇ, ਉਹਨਾਂ ਦੇ ਵਿੱਚ ਕੀਤਾ ਪੱਖਪਾਤ। ਕਿਸ ਹਿਸਾਬ ਦੇ ਨਾਲ ਕੀਤਾ ਜੀ? ਇਸ ਹਿਸਾਬ ਦੇ ਨਾਲ ਕੀਤਾ। ਇਹ ਨੋਰਮਲੀ ਜੇ ਦੇਖਿਆ ਜਾਵੇ ਕਾਨੂੰਨ ਦੇ ਹਿਸਾਬ ਨਾਲ ਸਾਰਿਆਂ ਨੂੰ ਹੀ ਮਿਲਣੇ ਚਾਹੀਦੇ ਨੇ, ਪਰ ਇਹ ਕਮੂਨੇ ਵਾਲੇ ਜ਼ਿਆਦਾਤਰ ਉਹਨਾਂ ਨੂੰ ਹੀ ਦੇ ਰਹੇ ਸੀ ਜਿਨ੍ਹਾਂ ਦੇ ਕੋਲ ਇਟਾਲੀਅਨ ਨੈਸ਼ਨਲਿਟੀ ਸੀ, ਜਿਨ੍ਹਾਂ ਦੇ ਕੋਲ ਇਟਾਲੀਅਨ ਨਾਗਰਿਕਤਾ ਸੀਗੀ। ਸਿਰਫ ਉਹਨਾਂ ਨੂੰ ਹੀ ਇਹ ਦੇ ਰਹੇ ਸੀਗੇ। ਜਿਨ੍ਹਾਂ ਬੰਦਿਆਂ ਕੋਲ ਸਜੋਰ ਨੂੰ ਸੀ, ਪਰਮੇਸ਼ਰ ਦੀ ਸਜੋਰ ਨੂੰ ਸੀ ਜਾਂ ਫਿਰ ਕਾਰਤਾ ਦੀ ਸਜੋਰ ਨੂੰ ਸੀ, ਉਹਨਾਂ ਨੂੰ ਇਹ ਨਹੀਂ ਦੇ ਰਹੇ ਸੀ। ਜਦ ਕਿ ਇਹ ਆਜੀ ਵਾਲਿਆਂ ਨੇ ਜਿਹੜਾ ਐਸੋਸੀਏਸ਼ਨ ਦੇ ਲਈ ਸਟੂਡੀ ਜੁਰੀਡੀਸ਼ੀ ਸੁਲ ਇਮੀਗ੍ਰੇਸ਼ਨ ਦੇ ਉੱਤੇ ਜਿੰਨੀਆਂ ਵੀ ਸਟੱਡੀਆਂ ਹੁੰਦੀਆਂ, ਇਹਨਾਂ ਦੀ ਇਹ ਇੱਕ ਸੰਸਥਾ ਹੈ। ਜੋ ਵੀ ਕਿਸੇ ਵੀ ਉੱਤੇ ਕਿਸੇ ਵੀ ਤਰ੍ਹਾਂ ਦਾ ਜ਼ੁਲਮ ਹੋ ਰਿਹਾ ਤਾਂ ਇਹਨਾਂ ਦੇ ਕੋਲ ਜਾਓ ਤਾਂ ਇਹ ਰਿਕੋਰਸ ਕਰਦੇ ਨੇ, ਇਹ ਅਪੀਲ ਕਰਦੇ ਨੇ, ਕੇਸ ਕਰਦੇ ਨੇ। ਇਹਨਾਂ ਨੇ ਕਮੂਨੇ ਡਾਇਰੈਕਟ ਪਿੰਡ ਸਿਰ ਹੀ ਇਹ ਅਪੀਲ ਕੀਤੀ ਤੇ ਜੋ ਕਿ ਮਾਊਰੋ ਮਰਤੇਲੀ ਜਿਹੜਾ ਉੱਥੇ ਦਾ ਜੱਜ ਸੀ ਫੈਰਾਰੇ ਦੀ ਕੋਰਟ ਦਾ, ਉਹਨਾਂ ਨੇ ਇਹ ਫੈਸਲਾ ਦਿੱਤਾ ਕਿ ਇਹ ਜਿਹੜਾ ਜੋ ਕਮੂਨੇ ਵਾਲੇ ਕਰ ਰਹੇ ਨੇ, ਫੈਰਾਰੇ ਦੇ ਕਮੂਨੇ ਵਾਲੇ ਕਰ ਰਹੇ ਨੇ, ਸਰਾਸਰ ਜਾਤੀ ਹੈ ਜੀ। ਕਿਉਂਕਿ ਜਿਹੜੀ ਬੋਨੀ ਸਪੇਜ਼ਾ ਜਿਹੜੀਆਂ ਪਰਚੀਆਂ ਨੇ ਸਮਾਨ ਖਰੀਦਣ ਵਾਲੀਆਂ, ਇਹਨਾਂ ਉੱਤੇ ਸਾਰਿਆਂ ਦਾ ਹੀ ਅਧਿਕਾਰ ਹੈ। ਕਿਉਂਕਿ ਆਰਟੀਕਲ 9 ਵੀ testo unico sull'immigrazione ਦਾ ਇਮੀਗ੍ਰੇਸ਼ਨ ਉੱਤੇ ਜਿਹੜਾ ਆਰਟੀਕਲ 9 ਹੈ ਜੀ testo unico ਦਾ, ਉਹਦੇ ਵਿੱਚ ਲਿਖਿਆ ਗਿਆ ਜੀ ਕਿ ਜਿਹੜੀ ਪਰਮੇਸ਼ਰ ਦੀ ਸਜੋਰਨੋ ਦੀ ਲੂੰਗੋ ਪਰੀਅਦੋ, ਜਿਹੜੀ ਕਾਰਤਾ ਦੀ ਸਜੋਰਨੋ ਅਸੀਂ ਕਹਿੰਦੇ ਹਾਂ ਜਿਹਨੂੰ, ਉਹ ਜਿਨ੍ਹਾਂ ਕੋਲ ਹੋਵੇ ਉਹਨਾਂ ਨੂੰ ਵੀ ਹੱਕ ਹੁੰਦਾ ਹੈ। ਵੈਸੇ ਨੋਰਮਲ ਜਿਨ੍ਹਾਂ ਕੋਲ ਭਾਵੇਂ 6 ਮਹੀਨੇ ਵਾਲੀ ਸਜੋਰਨੋ, ਉਹਨਾਂ ਦੇ ਕੋਲ ਵੀ ਹੱਕ ਹੈ, ਪਰ ਉਹਨਾਂ ਨੂੰ ਰਿਕੋਰਸ ਕਰਨੀ ਪੈਂਦੀ ਹੈ ਜੇ ਬਾਈ ਚਾਂਸ ਨਾ ਮਿਲੇ। ਫਿਲਹਾਲ ਇਹ ਕਿਹਾ ਗਿਆ ਜੀ, ਜਿਹੜਾ ਹੁਣ ਇਸ ਟਾਈਮ ਆਰਡਰ ਦਿੱਤੇ ਗਏ ਨੇ, ਫਰਮਾਨ ਆਇਆ ਜੀ ਕਚਹਿਰੀਆਂ ਵੱਲੋਂ, ਕੋਰਟ ਦਾ ਜਿਹੜਾ ਆਰਡਰ ਇਹ ਆਇਆ ਜੀ ਕਿ ਜਿੰਨੇ ਵੀ ਉੱਥੇ ਕੇਸ ਗਏ ਨੇ, ਜਿੰਨੀਆਂ ਵੀ ਅਰਜ਼ੀਆਂ ਕੀਤੀਆਂ ਗਈਆਂ, ਦਰਖਾਸਤਾਂ ਕੀਤੀਆਂ ਗਈਆਂ, ਸਾਰਿਆਂ ਉੱਤੇ ਦੁਬਾਰਾ ਨਜ਼ਰ ਮਾਰੀ ਜਾਵੇ। ਕਿਉਂਕਿ ਖਾਣ ਪੀਣ ਦਾ ਜਿਹੜਾ ਅਧਿਕਾਰ ਆ ਸਾਰਿਆਂ ਦੇ ਲਈ ਬਰਾਬਰ ਆ। ਫਿਰ ਚਾਹੇ ਇਟਾਲੀਅਨ ਬੰਦਾ ਹੋਵੇ, ਚਾਹੇ ਫਿਰ ਇੰਡੀਅਨ ਹੋਵੇ, ਪਾਕਿਸਤਾਨੀ ਹੋਵੇ ਜਾਂ ਕਿਸੇ ਵੀ ਕੰਟਰੀ ਦਾ ਹੋਵੇ, ਸਾਰਿਆਂ ਨੂੰ ਖਾਣ ਪੀਣ ਦਾ ਹੱਕ ਬਰਾਬਰ ਆ। ਪਰ ਜਿਹੜਾ ਅਸਲ ਫੈਸਲਾ ਜੀ 8 ਜੁਲਾਈ ਨੂੰ ਸੁਣਾਇਆ ਜਾਏਗਾ। ਪਰ ਫਿਲਹਾਲ ਪਹਿਲੀ ਸੁਣਵਾਈ 'ਤੇ ਹੀ ਇਹ ਗੱਲ ਸਾਹਮਣੇ ਆ ਗਈ ਹੈ ਕਿ 8 ਜੁਲਾਈ ਨੂੰ ਫੈਸਲਾ ਕਿਹੜਾ ਹੋਊਗਾ ਜੀ। ਮੱਤੇਓ ਰੈਂਜੀ ਜੋ ਕਿ ਇਟਾਲੀਆ ਵੀਵਾ ਦੇ ਲੀਡਰ ਨੇ, ਉਹਨਾਂ ਨੇ ਦਿੱਤੀ ਜੂਜ਼ੈਪੇ ਕੋਂਤੇ ਜੋ ਕਿ ਇਟਲੀ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਨੂੰ ਚੇਤਾਵਨੀ, ਖੁੱਲ੍ਹੇਆਮ ਸ਼ਰੇਆਮ ਦਿੱਤੀ ਚੇਤਾਵਨੀ ਦੇਣ ਦਾ ਕਾਰਨ ਇਹ ਸੀ, ਉਹਨਾਂ ਨੇ ਕਿਹਾ ਕਿ ਇਹ ਅਸੀਂ ਨਹੀਂ ਸੋਚਣਾ ਕਿ ਅਸੀਂ ਤੁਹਾਡੇ ਨਾਲ ਸਰਕਾਰ ਬਣਾ ਕੇ ਰੱਖੀਏ, ਇਹ ਤੂੰ ਸੋਚ ਕੇ ਤੂੰ ਸਾਡੇ ਨਾਲ ਸਰਕਾਰ ਬਣਾਉਣੀ ਆ ਜਾਂ ਨਹੀਂ ਬਣਾਈ। ਸਿੱਧੇ ਬਿਆਨਬਾਜ਼ੀ ਹੋਈ ਹੈ ਜੀ। ਕਹਿੰਦੇ ਜਿੱਦਾਂ ਹੀ ਆਹ ਮਹਾਮਾਰੀ ਦਾ ਦੌਰ ਖਤਮ ਹੋ ਜਾਂਦਾ, ਉਸ ਤੋਂ ਬਾਅਦ ਅਸੀਂ ਆਪਸ ਵਿੱਚ ਨਜਿੱਠਾਂਗੇ ਕਿ ਸਰਕਾਰ ਕਿਹਦੀ ਚੱਲੇਗੀ। ਅਸੀਂ ਮੱਤੇਓ ਸਲਵੀਨੀ ਜੋ ਕਿ ਪਹਿਲੇ ਸੀਗੇ ਪ੍ਰਧਾਨ ਮੰਤਰੀ ਇਟਲੀ ਦੇ, ਉਹਨੂੰ ਲਾ ਕੇ ਐਵੇਂ ਨਹੀਂ ਕਿਸੇ ਹੋਰ ਨੂੰ ਚੱਕ ਕੇ ਫੜਾ ਦਿੱਤਾ
ਕਿ ਤੂੰ ਇਟਲੀ ਦਾ ਪ੍ਰਧਾਨ ਮੰਤਰੀ ਬਣ ਜਾ। ਇਹ ਗੱਲਾਂ ਚੱਲ ਰਹੀਆਂ ਨੇ ਜੀ, ਪਾਰਟੀਆਂ ਦੇ ਵਿੱਚ ਆਪਸ ਵਿੱਚ ਤਣਾਅ ਬਹੁਤ ਚੱਲ ਰਿਹਾ ਜੀ। ਸਭ ਤੋਂ ਵੱਡੀ ਗੱਲ ਕਹੀ ਜਾ ਰਹੀ ਹੈ ਜੀ ਕਿ ਪੋਪੂਲਿਜ਼ਮ ਨਾ ਕੀਤਾ ਜਾਵੇ। ਕਿਉਂ ਨਾ ਕੀਤਾ ਜਾਵੇ? ਉਹ ਕਹਿੰਦੇ ਜੋ ਵੀ ਕੰਮ ਆ, ਜੋ ਵੀ ਡਿਸੀਜਨ ਆ, ਪੋਲੀਟੀਕਲ ਲੈਵਲ 'ਤੇ ਲੈਣਾ ਚਾਹੀਦਾ, ਨਾ ਕਿ ਇੱਕ ਵੀਰੋਲੋਗ ਜੋ ਕਿ ਛੂਤ ਦੀਆਂ ਬਿਮਾਰੀਆਂ ਦਾ ਐਕਸਪਰਟ ਹੋਵੇ, ਜਾਂ ਫਿਰ ਇੱਕ ਵਿਗਿਆਨਿਕ, ਇੱਕ ਸਾਇੰਸਦਾਨ ਦੇ ਕੋਲੋਂ ਜਾ ਕੇ ਪੁੱਛਿਆ ਜਾਵੇ ਕਿ ਅਸੀਂ ਸਕੂਲ ਖੋਲ੍ਹੀਏ ਜਾਂ ਨਾ ਖੋਲ੍ਹੀਏ, ਅਸੀਂ ਇਟਲੀ ਨੂੰ ਬੰਦ ਕਰਨਾ ਜਾਂ ਚਲਾਉਣਾ। ਇਹ ਜਿਹੜੀਆਂ ਗੱਲਾਂ, ਕਿਉਂਕਿ ਇੱਕ ਛੂਤ ਦੀ ਬਿਮਾਰੀ ਦਾ ਇੱਕ ਡਾਕਟਰ ਆ ਜੋ ਉਹਨੇ ਹਮੇਸ਼ਾ ਇਹੀ ਕਹਿਣਾ ਕਿ ਤੁਸੀਂ ਆਰਾਮ ਕਰੋ, ਤੁਸੀਂ ਘਰ ਰਹੋ, ਜਦ ਕਿ ਜਿਹੜੀ ਆਰਥਿਕ ਵਿਵਸਥਾ ਬਾਰੇ ਕਦੇ ਵੀ ਤੁਹਾਨੂੰ ਡਾਕਟਰ ਨਹੀਂ ਸਮਝਾ ਸਕਦਾ। ਆਰਥਿਕ ਵਿਵਸਥਾ ਬਾਰੇ ਤੁਹਾਨੂੰ ਆਰਥਿਕ ਸ਼ਾਸਤਰਾਂ ਦਾ ਜਿਨ੍ਹਾਂ ਨੂੰ ਗਿਆਨ ਹੁੰਦਾ ਉਹਨਾਂ ਦੇ ਕੋਲ ਹੀ ਜਾਣਾ ਪੈਣਾ। ਇਕੋਨਮਿਕ ਵਿੱਚ ਜਿਨ੍ਹਾਂ ਨੇ ਮਾਸਟਰ ਹੁੰਦੀਆਂ, ਜਿਨ੍ਹਾਂ ਕੋਲ ਡਿਗਰੀਆਂ ਹੁੰਦੀਆਂ, ਜਿਨ੍ਹਾਂ ਨੂੰ ਉਹਦੇ ਬਾਰੇ ਪਤਾ ਹੁੰਦਾ, ਉਹੀ ਬੰਦੇ ਦੱਸ ਸਕਦੇ ਨੇ ਕਿਹੜੀਆਂ ਚੀਜ਼ਾਂ ਨਾਲ ਇਟਲੀ ਨੂੰ ਜਾਂ ਕਿਸੇ ਵੀ ਦੇਸ਼ ਨੂੰ ਕੋਈ ਪ੍ਰੋਬਲਮ ਨਾ ਆਵੇ। ਇਸ ਕਰਕੇ ਜੇ ਕਹਿੰਦੇ ਤੁਸੀਂ ਹੁਣ ਇਟਾਲੀਅਨ ਵੀ ਥੱਕ ਗਏ ਨੇ ਘਰਾਂ 'ਚ ਬੈਠ ਕੇ, ਜੇਕਰ ਤੁਸੀਂ ਇਟਾਲੀਅਨ ਉੱਤੇ ਹੋਰ ਰੋਕਥਾਮਾਂ ਪਾਬੰਦੀਆਂ ਲਾਈਆਂ ਤਾਂ ਫਿਰ ਸਰਕਾਰ ਆ ਜਿਹੜੀ ਇਹ ਡਿੱਗ ਸਕਦੀ ਆ। ਚੇਤਾਵਨੀ ਸ਼ਰੇਆਮ ਦੇ ਦਿੱਤੀ ਗਈ ਹੈ ਜੀ। ਆਉਣ ਵਾਲੇ ਦਿਨਾਂ ਦੇ ਵਿੱਚ ਹੁਣ 4 ਮਈ ਤੋਂ ਬਾਅਦ ਅਗਰ ਪਾਬੰਦੀਆਂ ਫਿਰ ਲਾਗੂ ਰਹਿੰਦੀਆਂ ਨੇ ਫਾਜ਼ੇ 2 ਦੇ ਵਿੱਚ, ਤਾਂ ਫਿਰ ਜਿਹੜੀ ਨਵੀਂ ਸਰਕਾਰ ਬਣੀ ਹੈ ਜੀ ਇਹ ਟੁੱਟ ਜਾਣੀ ਆ, ਤੇ ਫਿਰ ਇੱਕ ਵਾਰ ਹੋਰ ਨਵੀਂ ਸਰਕਾਰ ਬਣੂਗੀ। ਉਹ ਦੇਖਣਾ ਪੈਣਾ ਜੀ ਫਿਰ ਗਠਬੰਧਨ ਦੀ ਸਰਕਾਰ ਬਣਦੀ ਹੈ ਜਾਂ ਫਿਰ ਵੋਟਾਂ ਪੈਣਗੀਆਂ। ਇਹ ਵੀ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗਣਾ ਜੀ। ਉਹਨਾਂ ਨੇ ਕਿਹਾ ਜੀ, ਮੱਤੇਓ ਰੇਂਜ਼ੀ ਨੇ ਇਹ ਗੱਲ ਵੀ ਕੀਤੀ ਕਿ ਸਰਕਾਰ ਆ ਜੋ ਕਿ ਦੇਸ਼ ਆ, ਇਹ ਜਿਹੜਾ ਵਾਇਰਸ ਫੈਲਿਆ, ਮਹਾਂਮਾਰੀ ਫੈਲੀ, ਇਹਦਾ ਕਾਰਨ ਇਹ ਨਹੀਂ ਕਿ ਇੱਕ ਛੂਤ ਦੀ ਬਿਮਾਰੀ ਦਾ ਲੇਟ ਕੀਤੇ, ਇਹਦਾ ਕਾਰਨ ਇਹ ਨਹੀਂ ਕਿ ਇੱਕ ਬੰਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੋਂ ਤੀਜੀ ਜਗ੍ਹਾ ਜਾ ਕੇ ਬਿਮਾਰੀ ਫੈਲਾਈ। ਇਹਦਾ ਕਾਰਨ ਇਹ ਸੀ ਕਿ ਜਿਹੜੇ ਕਾਜ਼ੀ ਦੀ ਰਿਪੋਜ਼ੋ ਸੀਗੇ ਉਹ ਚੰਗੀ ਤਰ੍ਹਾਂ ਸੈੱਟ ਨਹੀਂ ਆਏ, ਉਹਨਾਂ ਨਾਲ ਕੋਈ ਗੱਲਬਾਤ ਨਹੀਂ ਬਣੀ, ਉਹਨਾਂ ਦੇ ਵਿੱਚ ਕੋਈ ਸਿਸਟਮ ਨਹੀਂ ਸੀ। ਮਾਸਕ ਸੀਗੇ ਇਟਲੀ ਦੇ ਵਿੱਚ ਪੂਰੇ ਮਾਸਕਰੀਨੇ ਨਹੀਂ ਪਹੁੰਚੇ। ਜ਼ੋਨੇ ਰੋਸੇ ਸੀ, ਜਿਹੜੀਆਂ ਪਾਬੰਦੀਆਂ ਕੀਤੇ ਗਏ ਸੀਗੇ, ਰੈੱਡ ਜ਼ੋਨ ਕੀਤੇ ਗਏ ਸੀ, ਉਹਨਾਂ ਨੇ ਜ਼ਿਆਦਾ ਕੰਮ ਨਹੀਂ ਕੀਤਾ। ਇਹ ਜੋ ਬਿਆਨ ਦਿੱਤੇ ਨੇ ਮੱਤੇਓ ਰੇਂਜ਼ੀ ਨੇ ਦਿੱਤੇ ਨੇ ਜੀ। ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਜੀ, ਜੋ ਕਿ ਮਿਲਾਨ ਤੋਂ ਆਈ, ਜਿੱਥੇ 41 ਸਾਲ ਦੀ ਔਰਤ ਜਿਹਨੂੰ ਬੁਖਾਰ ਦਸੰਬਰ ਦੇ ਵਿੱਚ ਹੋਇਆ ਸੀ, ਜੇ ਐਗਜ਼ੈਕਟ ਡੇਟ ਦੱਸੀ ਜਾਵੇ ਤਾਂ 22 ਦਸੰਬਰ ਨੂੰ ਬੁਖਾਰ ਚੜ੍ਹਿਆ ਸੀ, 37 ਬੁਖਾਰ ਹੋਇਆ ਸੀ। ਉਸ ਤੋਂ ਬਾਅਦ ਬੁਖਾਰ ਵੱਧਦਾ ਗਿਆ ਤਾਂ ਉਹਦਾ ਜਿਹੜਾ ਬੁਖਾਰ ਆ 39 ਤੱਕ ਚਲਾ ਗਿਆ ਸੀ। 39 ਤੋਂ ਬਾਅਦ ਉਹਨੇ ਡਾਕਟਰ ਨੂੰ ਫੋਨ ਕੀਤਾ, ਡਾਕਟਰਾਂ ਨੇ ਕਿਹਾ ਕੋਈ ਗੱਲ ਨਹੀਂ, ਨੋਰਮਲ ਗੱਲ ਆ, ਦਵਾਈਆਂ ਖਾਓ। ਨੋਰਮਲ ਜਿਹੜਾ ਰੂਟੀਨ ਚੈੱਕਅਪ ਕੀਤਾ, ਦਵਾਈਆਂ ਦਿੱਤੀਆਂ। ਉਸ ਤੋਂ ਬਾਅਦ ਉਹਨੂੰ ਪਸਲੀਆਂ ਵਿੱਚ ਦਰਦ, ਸਰੀਰ ਦੇ ਵਿੱਚ ਦਰਦ ਹੁੰਦੇ ਗਏ ਤਾਂ ਉਹਨੇ ਦੁਬਾਰਾ ਚੈੱਕਅਪ ਕੀਤੀ ਤਾਂ ਫਿਰ ਵੀ ਉਹਨੂੰ ਨੋਰਮਲ ਹੀ ਦੱਸਿਆ ਗਿਆ। 6 ਤਰੀਕ ਨੂੰ ਉਹਦਾ ਬਾਅਦ 'ਚ ਇੱਕ ਐਕਸਰੇ ਕੀਤਾ ਗਿਆ ਜਿਹਦੇ ਵਿੱਚ ਦੱਸਿਆ ਕਿ ਇਹਨੂੰ ਨਮੂਨੀਆ ਦੀ ਪ੍ਰੋਬਲਮ ਆ, ਨਮੂਨੀਆ ਕਰਕੇ ਸਾਰੇ ਦਰਦ ਹੋ ਰਹੇ ਨੇ। ਉਸ ਤੋਂ ਬਾਅਦ ਫਿਰ ਉਹੀ ਪ੍ਰੋਬਲਮ ਚੱਲੀ ਗਈ, ਦਰਦ ਹੁੰਦੇ ਸੀ, ਉਹ ਖਾਂਦੇ ਸੀ, ਠੀਕ ਆ। ਹੁਣ ਗੱਲ ਇਹ ਨਿਕਲਦੀ ਆ ਬਾਅਦ ਵਿੱਚ 5 ਫਰਵਰੀ ਤੋਂ ਬਾਅਦ ਵੀ ਉਹਨੇ ਸਾਰਾ ਕੁਛ ਦੇਖਿਆ ਕਰਕੇ ਗੱਲ ਇਹ ਨਿਕਲਦੀ ਹੈ ਕਿ ਹੁਣ ਕੁਛ ਦਿਨਾਂ ਤੋਂ ਬਲੱਡ ਟੈਸਟ ਹੋਣੇ ਸ਼ੁਰੂ ਹੋਏ ਨੇ ਇਟਲੀ ਦੇ ਵਿੱਚ, ਜਿਹਦੇ ਵਿੱਚ ਇਹ ਆ ਜਾਂਦਾ ਕਿ ਤੁਹਾਡੇ ਸਰੀਰ ਦੇ ਵਿੱਚ ਐਂਟੀਕੋਰਪੀ ਬਣ ਗਏ ਨੇ ਜਾਂ ਨਹੀਂ ਬਣ ਗਏ ਨੇ। ਐਂਟੀਕੋਰਪੀ ਮਤਲਬ ਕਿ ਇਸ ਬਿਮਾਰੀ ਦੇ ਨਾਲ ਲੜਨ ਵਾਲੇ ਉਹ ਕੀਟਾਣੂ, ਉਹ ਤਾਕਤ ਜੋ ਕਿ ਇਸ ਬਿਮਾਰੀ ਨੂੰ ਤੁਹਾਡੇ ਸਰੀਰ ਵਿੱਚ ਵਧਣ ਨਹੀਂ ਦਿੰਦੇ। ਅਤੇ ਜਦੋਂ ਇਸ ਔਰਤ ਦਾ 41 ਸਾਲ ਦੀ ਔਰਤ ਦਾ ਬਲੱਡ ਸੈਂਪਲ ਲਿਆ ਗਿਆ ਤਾਂ ਉਹਦੇ ਵਿੱਚ ਇਹ ਆ ਕਿ ਅਪ੍ਰੈਲ ਦੇ ਵਿੱਚ ਇਹਨੂੰ ਕੋਈ ਬਿਮਾਰੀ ਨਹੀਂ ਸੀ, ਪਰ ਇੱਕ ਹੋਰ ਸੈਂਪਲ ਇਹਦੇ ਵਿੱਚ ਆਇਆ ਪੋਜ਼ਿਟਿਵ ਆਇਆ। ਉਹਦੇ ਵਿੱਚ ਉਹ ਤੋਂ ਇਹ ਪਤਾ ਲੱਗਦਾ ਕਿ ਇਹਨੂੰ ਅਪ੍ਰੈਲ ਤੋਂ ਪਹਿਲਾਂ ਤਕਰੀਬਨ ਬਿਮਾਰੀ ਸੀ। ਕਹਿਣ ਦਾ ਮਤਲਬ ਕੀ ਹੈ ਜੀ, ਇਹ ਔਰਤ ਦਸੰਬਰ ਤੋਂ ਜਨਵਰੀ ਦੇ ਵਿੱਚ ਪੋਜ਼ਿਟਿਵ ਹੋਈ ਸੀ, ਕਿਸੇ ਵੀ ਦਵਾਈ ਤੋਂ ਬਿਨਾਂ ਇਹ ਫਿਰ ਨੈਗੇਟਿਵ ਹੋ ਗਈ। ਇਹਨੂੰ ਪੁੱਛਿਆ ਗਿਆ, ਇਹਦੇ ਉੱਤੇ ਕਾਫੀ ਹੁਣ ਸਟੱਡੀ ਚੱਲ ਰਹੀ ਹੈ ਕਿ ਇੱਦਾਂ ਪੋਜ਼ਿਟਿਵ ਤੋਂ ਨੈਗੇਟਿਵ ਕਿਸ ਹਿਸਾਬ ਦੇ ਨਾਲ ਹੋਈ, ਕਿਉਂਕਿ ਬਲੱਡ ਟੈਸਟ ਦੇ ਵਿੱਚ ਆ ਗਿਆ ਕਿ ਇਹਨੂੰ ਇਹ ਹੋ ਚੁੱਕਾ ਆ। ਹੁਣ ਇਸ ਟਾਈਮ ਉਸ ਔਰਤ ਦੇ ਅੰਦਰ ਐਂਟੀਕੋਰਪੀ ਨਹੀਂ ਹੈਗੇ, ਪਰ 41 ਸਾਲ ਦੀ ਮਿਲਾਨ ਦੀ ਔਰਤ ਦੇ ਵਿੱਚ ਦਸੰਬਰ ਦੇ ਵਿੱਚ ਹੀ ਵਾਇਰਸ ਚਲਾ ਗਿਆ ਸੀ। ਕਹਿਣ ਦਾ ਮਤਲਬ ਜੀ ਇਟਲੀ ਦੇ ਵਿੱਚ ਵਾਇਰਸ ਇਹ ਫਰਵਰੀ ਦੇ ਵਿੱਚ ਨਹੀਂ ਆਇਆ, ਇਟਲੀ ਦੇ ਵਿੱਚ ਵਾਇਰਸ ਇਹ ਦਸੰਬਰ ਤੋਂ ਪਹਿਲਾਂ ਦਾ ਹੀ ਘੁੰਮ ਰਿਹਾ ਸੀ। ਇਹ ਅਸੀਂ ਨਹੀਂ ਕਹਿ ਰਹੇ, ਬਹੁਤ ਅਖਬਾਰਾਂ ਕਹਿ ਰਹੀਆਂ, ਕੁਰੀਅਰੇ ਵਾਲੇ ਵੀ, ਇਹ ਕੁਰੀਅਰੇ ਦੈਲਾ ਸੇਰਾ ਦੀ ਵੈਬਸਾਈਟ ਉੱਤੇ ਜਾ ਕੇ ਵੀ ਤੁਸੀਂ ਇਸ ਆਰਟੀਕਲ ਨੂੰ ਪੜ੍ਹ ਸਕਦੇ ਹੋ, ਉਹਨਾਂ ਨੇ ਵੀ ਦੱਸਿਆ ਜੀ। ਕੋਤੋਨੀਓ ਦੇ ਵਿੱਚ ਤਾਂ ਕਿਹਾ ਜਾ ਰਿਹਾ ਜੀ ਕਿ ਇਹ ਜਿਹੜਾ ਵਾਇਰਸ ਆ ਬਹੁਤ ਹੀ ਜ਼ਿਆਦਾ ਪੁਰਾਣਾ ਹੈ। ਇਹ ਵੀ ਇੱਕ ਅਸੀਂ ਖਬਰ ਸੁਣੀ ਸੀ। ਫਿਲਹਾਲ ਇਹ 41 ਸਾਲ ਦੀ ਔਰਤ ਜੋ ਕਿ ਮਿਲਾਨ ਦੇ ਵਿੱਚ ਰਹਿੰਦੀ ਆ, ਦਸੰਬਰ ਦੇ ਵਿੱਚ ਬਿਮਾਰ ਹੋਣ ਤੋਂ ਬਾਅਦ ਅਪ੍ਰੈਲ ਦੇ ਵਿੱਚ ਹੁਣ ਜਾ ਕੇ ਬਲੱਡ ਸੈਂਪਲ ਕਰਾਉਂਦੀ ਹੈ ਤਾਂ ਇਹਦੇ ਵਿੱਚ ਇਹਨੂੰ ਪਤਾ ਲੱਗਦਾ ਕਿ ਉਹ ਦਸੰਬਰ ਦੀ ਜਿਹੜੀ ਬਿਮਾਰੀ ਸੀ ਇਹਨੂੰ ਨੋਰਮਲ ਵਾਇਰਸ ਨਹੀਂ ਸੀ, ਨੋਰਮਲ ਨਮੂਨੀਆ ਨਹੀਂ ਸੀ, ਉਹ ਇਸ ਮਹਾਂਮਾਰੀ ਦਾ ਸ਼ਿਕਾਰ ਹੋ ਚੁੱਕੀ ਸੀ।
ਪਰ ਜੇ ਦੇਖਿਆ ਜਾਵੇ ਤਾਂ ਬਿਨਾਂ ਕਿਸੇ ਦਵਾਈ ਤੋਂ ਸ਼ਾਇਦ ਨੋਰਮਲ ਰੂਟੀਨ ਦੇ ਨਾਲ ਹੀ ਇਹ ਠੀਕ ਹੋ ਗਈ ਹੈ ਜੀ। ਅਤੇ ਇਸ ਤੋਂ ਬਾਅਦ ਇੱਕ ਚਾਈਨੀਜ਼ ਰਿਸਰਚ ਹੋਈ ਹੈ ਜੀ, ਜੋ ਕਿ ਨੈਚੁਰਲ ਮੈਡੀਸਿਨ ਉੱਤੇ ਇਹਨੂੰ ਛਾਪਿਆ ਗਿਆ 29 ਤਰੀਕ ਨੂੰ, ਜਿਹਦੇ ਵਿੱਚ ਲਿਖਿਆ ਗਿਆ ਕਿ 100% 100 ਤੋਂ 100% ਵਿੱਚ ਜਿਨ੍ਹਾਂ ਬੰਦਿਆਂ ਨੂੰ ਇਹ ਵਾਇਰਸ ਹੋ ਜਾਂਦਾ ਉਹਨਾਂ ਦੇ ਵਿੱਚ ਐਂਟੀਕੋਰਪੀ ਪੈਦਾ ਹੋ ਜਾਂਦੇ ਨੇ। ਐਂਟੀਕੋਰਪੀ ਕਹਿਣ ਦਾ ਮਤਲਬ ਕਿ ਇਸ ਵਾਇਰਸ ਨਾਲ ਲੜਨ ਵਾਲੀ ਤਾਕਤ, ਅਸੀਂ ਸੈਨਿਕ ਕਹਿ ਸਕਦੇ ਹਾਂ ਕਿ ਖੂਨ ਦੇ ਵਿੱਚ ਇੱਕ ਸੈਨਿਕ ਬਲ ਉਤਪੰਨ ਹੋ ਜਾਂਦਾ ਜੀ। ਬੰਦੇ ਲੜਨ ਵਾਲੀ ਤਾਕਤ ਜਿਹੜੀ ਹੁੰਦੀ ਆ ਉਸ ਬਿਮਾਰੀ ਦੇ ਨਾਲ, ਉਸ ਵਾਇਰਸ ਦੇ ਨਾਲ ਪੈਦਾ ਹੋ ਜਾਂਦੀ ਹੈ। ਅਤੇ ਜਿੰਨੇ ਵੀ ਬੰਦਿਆਂ ਨੂੰ ਇਹ ਵਾਇਰਸ ਹੁੰਦਾ ਉਹਨਾਂ ਦੇ ਵਿੱਚ ਇਹ ਤਾਕਤ ਪੈਦਾ ਹੋ ਜਾਂਦੀ ਆ। ਪਰ ਇਹ ਹਜੇ ਤੱਕ ਨਹੀਂ ਸਮਝ ਆਇਆ ਵੀ ਕਿੰਨੇ ਟਾਈਮ ਤੱਕ ਬੰਦੇ ਨੂੰ ਪ੍ਰੋਟੈਕਟ ਕਰਦੀ ਆ ਜਾਂ ਫਿਰ ਕਿੰਨੇ ਟਾਈਮ ਤੱਕ ਪ੍ਰੋਟੈਕਟ ਕਰ ਸਕਦੀ ਆ। ਜਿਹੜੀ ਗੱਲ ਸਾਹਮਣੇ ਆਈ ਆ ਉਹ ਇਹ ਆ ਜੀ, ਇਸ ਰਿਸਰਚ ਦੇ ਵਿੱਚ 19 ਦਿਨਾਂ ਦੇ ਵਿੱਚ ਜਦੋਂ ਕਿਸੇ ਵੀ ਬੰਦੇ ਨੂੰ ਵਾਇਰਸ ਹੁੰਦਾ 3 ਤੋਂ 14 ਦਿਨਾਂ ਦੇ ਵਿੱਚ ਨੋਰਮਲ ਪਤਾ ਲੱਗਦਾ। ਤਕਰੀਬਨ ਵਾਇਰਸ ਹੋਣ ਤੋਂ 19 ਦਿਨਾਂ ਦੇ ਵਿੱਚ ਇਹ ਪਤਾ ਲੱਗ ਜਾਂਦਾ ਕਿ ਉਸ ਬੰਦੇ ਦੇ ਅੰਦਰ ਉਸ ਬਿਮਾਰੀ ਦੇ ਨਾਲ ਲੜਨ ਦੇ ਲਈ ਜਿਹੜੀ ਤਾਕਤ ਚਾਹੀਦੀ ਸੀ ਪੈਦਾ ਹੋ ਗਈ ਆ ਜਾਂ ਫਿਰ ਨਹੀਂ ਹੋ ਗਈ ਹੈ। ਪਰ ਕਿੰਨੇ ਟਾਈਮ ਲਈ ਪ੍ਰੋਟੈਕਟ ਕਰ ਸਕਦੀ ਹੈ ਜੀ, ਫਿਲਹਾਲ ਇਹ ਨਹੀਂ ਦੱਸਿਆ ਜਾ ਰਿਹਾ। ਇਟਲੀ ਦੇ ਵਿੱਚ ਇਸ ਟਾਈਮ ਜੋ ਸਿਚੁਏਸ਼ਨ ਜਿਹੜੀ ਖਬਰ ਆ ਰਹੀ ਹੈ, ਇਹ ਖਬਰ ਵੀ ਤੁਸੀਂ ਕੋਰੀਅਰ ਦੈਲਾ ਸੇਰਾ ਉੱਤੋਂ ਹੀ ਜਾ ਕੇ ਪੜ੍ਹ ਸਕਦੇ ਹੋ। ਪਰ ਜਿਨ੍ਹਾਂ ਬੰਦਿਆਂ ਦੇ ਵਿੱਚ ਇਹ ਤਾਕਤ ਪੈਦਾ ਹੋ ਜਾਂਦੀ ਆ ਉਹਨਾਂ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਦੁਬਾਰਾ ਨਹੀਂ ਹੋ ਸਕਦਾ। ਜ਼ਰੂਰੀ ਨਹੀਂ ਕਿ ਜੇ ਕਿਸੇ ਦੇ ਬਲੱਡ ਦੇ ਵਿੱਚ ਉਹ ਐਂਟੀਕੋਰਪੀ ਹੈਗੇ ਨੇ ਤਾਂ ਉਹ ਬੰਦਾ ਦੁਬਾਰਾ ਬਿਮਾਰ ਨਹੀਂ ਹੋ ਸਕੇ। ਇਸ ਗੱਲ ਦਾ ਹਜੇ ਕੋਈ ਵੀ ਪੱਕਾ ਗੱਲ ਨਹੀਂ ਕੀਤੀ ਗਈ। ਫਿਲਹਾਲ ਸਿਰਫ ਇਹੀ ਦੱਸਿਆ ਗਿਆ ਕਿ 19 ਦਿਨਾਂ ਦੇ ਵਿੱਚ ਇਹ ਐਂਟੀਕੋਰਪੀ ਸਰੀਰ ਦੇ ਵਿੱਚ ਆ ਜਾਂਦੇ ਨੇ। ਬੋਰਡ ਦੇ ਪੇਪਰਾਂ ਲਈ ਇੱਕ ਨਵਾਂ ਅਪਡੇਟ ਆਇਆ ਜੀ। ਜਿਹੜੀ ਇਟਲੀ ਦੀ ਐਜੂਕੇਸ਼ਨ ਮਿਨਿਸਟਰ ਆ ਲੂਚੀਆ ਅਤਸੋਲੀਨਾ, ਉਹਨਾਂ ਨੇ scuola.net ਜਿਹੜਾ scuola.net ਉਹਨਾਂ ਦੀ ਵੈਬਸਾਈਟ ਲਈ ਇੱਕ ਇੰਟਰਵਿਊ ਦਿੱਤਾ, ਜਿਹਦੇ ਵਿੱਚ ਦੱਸਿਆ ਗਿਆ ਕਿ ਬੱਚਿਆਂ ਨੂੰ ਜਦੋਂ ਜਿਸ ਟਾਈਮ ਉਹਨਾਂ ਦੇ ਪੇਪਰ ਹੋਣੇ ਨੇ ਬੋਲ ਕੇ ਜਿਹੜਾ ਟੈਸਟ ਹੋਣਾ ਆ, ਮਾਸਕ ਲਾਉਣ ਦੀ ਲੋੜ ਨਹੀਂ। ਮਾਸਕ ਲਾਉਣ ਦੀ ਕਿਸ ਟਾਈਮ ਲੋੜ ਨਹੀਂ, ਜੇਕਰ ਮਾਸਟਰਾਂ ਦੇ ਕੋਲੋਂ ਸਰਾਂ ਦੇ ਕੋਲੋਂ ਜਿਹੜਾ ਬੱਚਾ 4-5 ਮੀਟਰ ਦੀ ਦੂਰੀ 'ਤੇ ਖੜ੍ਹਾ ਹੈ ਤਾਂ ਫਿਰ ਉਹਨੂੰ ਮਾਸਕ ਲਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਸ ਸਿਚੁਏਸ਼ਨ ਦੇ ਵਿੱਚ ਉਹ ਇੱਕ ਡਿਸਟੈਂਸਾ ਦੀ ਸਿਕਿਉਰੈਂਸਾ ਦੇ ਵਿੱਚ ਹੈ, ਇੱਕ ਸੇਫਟੀ ਜ਼ੋਨ ਦੇ ਵਿੱਚ ਖੜ੍ਹਾ 4-5 ਮੀਟਰ ਦੀ ਜਿਹੜੀ ਦੂਰੀ ਹੈ। ਜੇਕਰ ਬੱਚੇ ਦੀ ਜਿਹੜਾ ਇੰਟਰਵਿਊ ਲੈਣਾ ਉਸ ਟਾਈਮ ਸਕੂਲ ਦੇ ਵੇਲੇ ਉਹ ਬੱਚਾ 4-5 ਮੀਟਰ ਤੋਂ ਘੱਟ ਆ ਤਾਂ ਫਿਰ ਉਹਨੂੰ ਜਿਹੜਾ ਮਾਸਕ ਲਾਉਣ ਦੀ ਲੋੜ ਹੋ ਸਕਦੀ। ਉਸ ਤੋਂ ਬਾਅਦ ਜਿਹੜੇ ਲਾਸਟ ਵਿੱਚ ਜ਼ਿਆਦਾ ਤੋਂ ਜ਼ਿਆਦਾ ਨੰਬਰ ਮਿਲ ਸਕਦੇ ਆ ਜੀ, ਹੁਣ 40 ਨੰਬਰ ਹੀ ਮਿਲ ਸਕਦੇ, 40 ਪੁਆਇੰਟ ਮਿਲਣੇ ਆ। ਅਤੇ ਜਿਹੜੇ ਪੁਆਇੰਟਾਂ ਨੂੰ ਪਹਿਲਾਂ ਜਿਹੜੇ ਲਾਸਟਲੇ 3 ਸਾਲਾਂ ਦੇ ਵਿੱਚ ਪੁਆਇੰਟ ਸੀਗੇ ਉਹ ਹੁਣ ਚੇਂਜ ਕਰ ਦਿੱਤੇ ਗਏ ਆ। ਪਹਿਲਾਂ ਮਿਲਦੇ ਸੀਗੇ ਲਾਸਟਲੇ ਜਿਹੜੇ 3 ਸਾਲ ਸੀਗੇ 12, 13 ਅਤੇ 15, ਜਿਹਦੇ ਨਾਲ ਤਕਰੀਬਨ 40 ਪੁਆਇੰਟ ਬਣਦੇ ਸੀਗੇ, ਅਤੇ ਹੁਣ ਲਾਸਟਲੇ 3 ਸਾਲਾਂ ਦੇ 60 ਬਣਾ ਦਿੱਤੇ ਗਏ ਨੇ। ਕਹਿਣ ਦਾ ਮਤਲਬ ਜੀ ਦੂਜਾ, ਤੀਜਾ, ਚੌਥਾ, 5ਵਾਂ ਸਾਲ ਸੀ ਇਹਦੇ 20 ਕ੍ਰੈਡਿਟ ਹੋ ਗਏ ਨੇ। ਅਤੇ ਹੁਣ ਜਿਹੜਾ ਓਰਾਲੇ ਟੈਸਟ ਹੋਣਾ, ਜਿਹੜਾ ਬੋਲ ਕੇ ਟੈਸਟ ਕਰਨਾ ਸਿਰਫ ਇੱਕ, ਉਹਦੇ ਵਿੱਚ ਤੁਹਾਨੂੰ 40 ਕ੍ਰੈਡਿਟ ਤੋਂ ਹੀ ਮਿਲਣੇ ਨੇ ਡਾਇਰੈਕਟ। ਅਤੇ ਜੇ ਤੁਹਾਡੇ ਪਹਿਲੇ ਕ੍ਰੈਡਿਟ ਘੱਟ ਸੀ ਤਾਂ ਹੁਣ ਤੁਹਾਡੇ 40 ਨਹੀਂ 60 ਕ੍ਰੈਡਿਟ ਪਿਛਲੇ 3 ਸਾਲਾਂ ਦੇ ਜਿਹੜੇ ਗਿਣੇ ਜਾਣਗੇ। ਨਿਊਯਾਰਕ ਦੇ ਵਿੱਚ ਕੀਤੀ ਗਈ ਇੱਕ ਨਵੀਂ ਪੁਲਿਸ ਵਾਲਿਆਂ ਵੱਲੋਂ ਮਾਰਿਆ ਗਿਆ ਛਾਪਾ, ਸਟਿੰਗ ਆਪਰੇਸ਼ਨ ਕੀਤਾ ਗਿਆ। ਉਹਨਾਂ ਦੇ ਵੱਲੋਂ ਇੱਕ ਨਵੀਂ ਖੋਜ ਕੱਢੀ ਗਈ। ਖੋਜ ਕਿਸ ਹਿਸਾਬ ਨਾਲ ਅਸੀਂ ਕਹਿ ਰਹੇ ਹਾਂ ਜੀ, ਟਰੱਕਾਂ ਦੇ ਵਿੱਚ ਮਿਲੀਆਂ ਨੇ ਲਾਸ਼ਾਂ। ਇਹ ਟਰੱਕਾਂ ਦੇ ਵਿੱਚ ਨਿਊਯਾਰਕ ਦੇ ਵਿੱਚ ਲਾਸ਼ਾਂ ਇਸ ਕਰਕੇ ਮਿਲੀਆਂ ਜੀ ਕਿਉਂਕਿ ਉੱਥੋਂ ਜਿਹੜੇ ਲੰਘਣ ਵਾਲੇ ਲੋਕੀ ਉਹਨਾਂ ਨੂੰ ਉੱਥੋਂ ਬਹੁਤ ਹੀ ਜ਼ਿਆਦਾ ਸਮੈਲ ਆ ਰਹੀ ਸੀ, ਅਤੇ ਉਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ। ਪੁਲਿਸ ਨੇ ਇਨਫੋਰਮ ਤੋਂ ਬਾਅਦ ਜੇ ਉਹ ਜਿਹੜੀਆਂ ਲਾਸ਼ਾਂ ਨੇ ਜੀ ਮਿਲੀਆਂ, ਇੱਕ ਦਫਨਾਉਣ ਵਾਲੀ ਜਿਹੜੀ ਹੁੰਦੀ ਬੰਦਿਆਂ ਨੂੰ ਦਫਨਾਉਣ ਵਾਲੀ ਆ ਇੱਕ ਸੰਸਥਾ, ਇੱਕ ਕੰਪਨੀ ਆ, ਉਹਨਾਂ ਦੇ ਬਾਹਰ ਉਹਨਾਂ ਦੀ ਪਾਰਕਿੰਗ ਦੇ ਵਿੱਚ ਟਰੱਕ ਖੜ੍ਹੇ ਸੀ। ਜਦੋਂ ਉਹਨਾਂ ਨੂੰ ਪੁੱਛਗਿੱਛ ਕੀਤੀ ਗਈ ਤਾਂ ਉਹਦੇ ਟਰੱਕਾਂ ਦੇ ਵਿੱਚ ਜੀ ਮਿਲੇ ਤਕਰੀਬਨ 10 ਬੰਦਿਆਂ ਦੀਆਂ ਲਾਸ਼ਾਂ ਮਿਲੀਆਂ, ਜੋ ਕਿ ਬਹੁਤ ਹੀ ਬੁਰੀ ਹਾਲਾਤ ਦੇ ਵਿੱਚ ਸਨ। ਪੁੱਛਗਿੱਛ 'ਤੇ ਇਹ ਦੱਸਿਆ ਗਿਆ ਜੀ ਕਿ ਉਹਨਾਂ ਦੇ ਕੋਲ ਜਿਹੜੀਆਂ ਫਰਿੱਜਾਂ ਸੀ, ਸਾਰੀਆਂ ਫਰਿੱਜਾਂ ਫੁੱਲ ਪਈਆਂ ਨੇ। ਉਹਨਾਂ ਦੇ ਕੋਲ ਇਹ ਨਹੀਂ ਪਤਾ ਉਹਨਾਂ ਨੂੰ ਵੀ ਕਿੱਥੇ ਬੰਦਿਆਂ ਦੀਆਂ ਜਿਹੜੀਆਂ ਮਰ ਰਹੇ ਨੇ ਲਾਸ਼ਾਂ ਕਿੱਥੇ ਰੱਖਣੀਆਂ ਨੇ। ਇਸ ਕਰਕੇ ਉਹਨਾਂ ਨੇ ਕਿਰਾਏ 'ਤੇ ਲਏ ਕੁਛ ਟਰੱਕ, ਅਤੇ ਉਹ ਟਰੱਕਾਂ ਦੇ ਵਿੱਚ ਉਹਨਾਂ ਨੇ ਆਪਣੇ ਆਫਿਸ ਦੇ ਮੂਹਰੇ ਹੀ ਆਪਣੀ ਪਾਰਕਿੰਗ ਦੇ ਕੋਲ ਹੀ ਉਹ ਟਰੱਕਾਂ ਦੇ ਵਿੱਚ ਲਾਸ਼ਾਂ ਨੂੰ ਰੱਖ ਦਿੱਤਾ, ਫਰਿੱਜਾਂ ਦੇ ਵਿੱਚ। ਅਤੇ ਪਰ ਉਹਨਾਂ ਦਾ ਜਿਹੜਾ ਸਮੈਲ ਆ ਬਹੁਤ ਜ਼ਿਆਦਾ ਫੈਲ ਗਈ। ਉਹ ਕਹਿ ਰਹੇ ਨੇ ਕਿ ਨਿਊਯਾਰਕ ਦੇ ਵਿੱਚ ਬਹੁਤ ਹੀ ਜ਼ਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ ਜੀ, ਅਤੇ ਲਾਸਟਲੇ 24 ਘੰਟਿਆਂ ਦੇ ਵਿੱਚ 330 ਬੰਦੇ ਹੋਰ ਮਰ ਗਏ ਨੇ, ਜਿਨ੍ਹਾਂ ਕਰਕੇ ਪ੍ਰੋਬਲਮ ਜ਼ਿਆਦਾ ਵੱਧ ਰਹੀ ਹੈ ਜੀ। ਹੁਣ
ਇਸ ਤੋਂ ਬਾਅਦ ਪੁਲਿਸ ਕੀ ਐਕਸ਼ਨ ਲਏਗੀ ਫਿਲਹਾਲ ਇਹਦੇ ਬਾਰੇ ਨਹੀਂ ਪਤਾ ਲੱਗਾ, ਕੁਛ ਅਪਡੇਟ ਨਹੀਂ ਆਇਆ। ਸਿਰਫ ਇਹੀ ਦੱਸਿਆ ਗਿਆ ਜੀ ਕਿ ਨਿਊਯਾਰਕ ਦੇ ਵਿੱਚ ਪੁਲਿਸ ਵਾਲਿਆਂ ਨੇ ਬਰਾਮਦ ਕੀਤੇ 2 ਟਰੱਕ ਜਿਨ੍ਹਾਂ ਦੇ ਵਿੱਚੋਂ ਮਿਲੀਆਂ ਲਾਸ਼ਾਂ ਜੋ ਕਿ ਬਹੁਤ ਹੀ ਜ਼ਿਆਦਾ ਸੜ ਚੁੱਕੀਆਂ ਸਨ। ਤੇ ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮਿਲਾਂਗੇ ਅਸੀਂ ਆਪਣੇ ਨੈਕਸਟ ਅਪਡੇਟ ਦੇ ਵਿੱਚ। ਉਹਨਾਂ ਚਿਰ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ। ਤੁਸੀਂ ਸੁਣ ਰਹੇ ਸੀ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।